मेरे इस लेख ਦਾ ਨਾਮ ਹੈ ਗਾਣੇ। ਤੁਸੀਂ ਫਿਰ ਕਹੋਗੇ ਕਿ ਮੈਂ ਪੁੱਠੀ ਗੱਲ ਕੀਤੀ ਹੈ। ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਮੈਂ ਪੁੱਠੀ ਗੱਲ ਕਰਦਾ ਹਾਂ। ਮੈਂ ਸ਼ਾਇਦ ਖੁਦ ਪੁੱਠੀ ਗੱਲ ਨਹੀਂ ਕਰਦਾ, ਸਗੋਂ ਮੇਰੇ ਕੋਲੋਂ ਧੱਕੇ ਨਾਲ ਪੁੱਠੀ ਗੱਲ ਹੋ ਜਾਂਦੀ ਹੈ। ਕਈ ਦਾਨਸ਼ਵਰਾਂ ਦੇ ਖਿਆਲ ਮੁਤਾਬਕ ਭਾਵੇਂ ਪੁੱਠੀ ਗੱਲ ਇਨਕਲਾਬੀ ਹੁੰਦੀ ਹੈ ਤੇ ਇਸ ਨੂੰ ਸੁਕਰਾਤ ਤੇ ਮਨਸੂਰ ਦੀ ਸੁਨਨਤ ਵੀ ਕਿਹਾ ਜਾਂਦਾ ਹੈ, ਪਰ ਅਸੀਂ ਅਕਸਰ ਹਰ ਨਵੀਂ ਤੇ ਪੁੱਠੀ ਗੱਲ ਕਰਨ ਵਾਲੇ ਨੂੰ ਗਾਲਾਂ ਕੱਢਦੇ ਹਾਂ, ਉਹਨੂੰ ਕਾਫਰ, ਗਦਾਰ ਤੇ ਗੁੰਮਰਾਹ ਕਹਿੰਦੇ ਆ। ਪਰ ਜਦ ਇਸ ਬੰਦੇ ਦੀ ਇਹ ਪੁੱਠੀ ਗੱਲ ਸੱਚੀ ਤੇ ਸਹੀ ਸਾਬਤ ਹੋ ਜਾਂਦੀ ਹੈ ਤੇ ਫਿਰ ਅਸੀਂ ਇਸ ਬੰਦੇ ਨੂੰ ਵਲੀ, ਲੀਡਰ, ਇਨਸਾਨ ਦੋਸਤ, ਮੁਹਿੱਬੇ ਵਤਨ ਤੇ ਫਤੀਨ ਯਾਨੀ ਜੀਨੀਅਸ ਕਹਿੰਦੇ ਹਾਂ। ਅੱਜ ਜੋ ਮੈਂ ਕਹਿਣ ਵਾਲਾ ਹਾਂ, ਇਹਨੂੰ ਵੀ ਪੁੱਠੀ ਗੱਲ ਕਹਿ ਕੇ ਤੇ ਨੱਕ ਚੜਾਇਆ ਜਾਵੇਗਾ। ਅੱਜ ਪਾਕਿਸਤਾਨ ਵਿੱਚ ਲੋਟੇ ਦਾ ਸਭ ਨੂੰ ਇਲਮ ਹੈ। ਉਹ ਬੰਦੇ ਜਿਨ੍ਹਾਂ ਦੀ ਕੋਈ ਸਿਆਸੀ ਆਈਡੀਆਲੋਜੀ ਨਹੀਂ, ਸਿਆਸਤ ਇਹਨਾਂ ਲਈ ਮੌਕਾ ਪ੍ਰਸਤੀ ਤੇ ਕਾਰੋਬਾਰ ਹੈ। ਇਹ ਇਕਤਦਾਰ ਨੂੰ ਆਪਣੀ ਦੌਲਤ ਤੇ ਤਾਕਤ ਵਧਾਉਣ ਦਾ ਜ਼ਰੀਆ ਸਮਝਦੇ ਨੇ ਤੇ ਹਰ ਸੂਰਤ ਵਿੱਚ ਇਕਤਦਾਰ ਵਾਲੀ ਪਾਰਟੀ ਨਾਲ ਰਲ ਜਾਂਦੇ ਨੇ ਤੇ ਇਹ ਇਕਤਦਾਰ ਦੀ ਗੱਦੀ ਤੇ ਬੈਠੀ ਪਾਰਟੀ ਦੀ ਇਕਤਦਾਰ ਤੇ ਗ੍ਰਿਫਤ ਮਜ਼ਬੂਤ ਕਰਦੇ ਨੇ ਤੇ ਇਸ ਦੇ ਬਦਲੇ ਵਿੱਚ ਇਹ ਹਕੂਮਤੀ ਪਾਰਟੀ ਤੋਂ ਆਪਣੇ ਜ਼ਾਤੀ ਮਫਾਦ ਹਾਸਲ ਕਰਦੇ ਨੇ। ਇਹ ਲੋਟੇ ਵਫਾਦਾਰੀ, ਮੁਹਿੱਬੇ ਵਤਨੀ, ਕੌਮ ਪਰਸਤੀ, ਇਨਸਾਨ ਦੋਸਤੀ ਤੇ ਇਖਲਾਕੀਆਤ ਨਾਂ ਦੀ ਕੋਈ ਸ਼ੈ ਨਹੀਂ ਜਾਣਦੇ। ਜਦ ਤੱਕ ਇਹਨਾਂ ਦੀ ਪਾਰਟੀ ਮਜ਼ਬੂਤ ਹੈ, ਇਹ ਨਾਲ ਨਾਲ ਨੱਚ ਰਹੇ ਹੁੰਦੇ ਨੇ। ਜਦ ਇਹਨਾਂ ਨੂੰ ਸ਼ੱਕ ਪਏ ਕਿ ਪਾਕਿਸਤਾਨ ਵਿੱਚ ਇਕਤਦਾਰ ਅਲਾਟ ਕਰਨ ਵਾਲੀ ਅਥਾਰਟੀ ਨੇ ਫੈਸਲਾ ਕਰ ਲਿਆ ਹੈ ਕਿ ਇਕਤਦਾਰ ਦੀ ਅਗਲੀ ਵਾਰੀ ਕਿਸੇ ਹੋਰ ਪਾਰਟੀ ਦੀ ਹੈ ਤੇ ਇਹ ਫੌਰਨ ਆਪਣੀ ਮੌਜੂਦਾ ਪਾਰਟੀ ਛੋੜ ਕੇ ਇਕਤਦਾਰ ਵਿੱਚ ਆਉਣ ਵਾਲੀ ਅਗਲੀ ਪਾਰਟੀ ਵਿੱਚ ਧੂਮ ਧੜਕੇ ਨਾਲ ਸ਼ਾਮਲ ਹੋ ਜਾਂਦੇ ਨੇ। ਇਹ ਲੋਟੇ ਕਿਸੇ ਤੋਂ ਲੁਕੇ ਛੁਪੇ ਨਹੀਂ। ਇਹ ਕੁਝ ਖਾਨਦਾਨ ਨੇ ਜਿਨ੍ਹਾਂ ਦਾ ਸਿਆਸਤ ਤੇ ਕਬਜ਼ਾ ਹੈ। ਇਹਨਾਂ ਖਾਨਦਾਨਾਂ ਵਿੱਚ ਸਿਆਸਤ ਇੱਕ ਵਿਰਾਸਤ ਵਾਂਗੂ ਹੈ ਜੋ ਇੱਕ ਨਸਲ ਤੋਂ ਦੂਜੀ ਨਸਲ ਤੱਕ ਪਹੁੰਚਦੀ ਹੈ। ਅਸਲ ਵਿੱਚ ਤੇ ਇਸ ਵਿਰਾਸਤ ਜਾਂ ਜਾਗੀਰ ਦੀ ਬੁਨਿਆਦ ਅੰਗਰੇਜ਼ ਬਾਦਸ਼ਾਹ ਨੇ ਆਪਣੇ ਰਾਜ ਵਿੱਚ ਰੱਖੀ ਸੀ। ਇਹ ਉਹ ਲੋਕ ਸਨ ਜਿਨ੍ਹਾਂ ਹਿੰਦੁਸਤਾਨ ਦੇ ਲੋਕਾਂ ਦੀ ਜੰਗੀ ਆਜ਼ਾਦੀ ਜਾਂ ਅੰਗਰੇਜ਼ਾਂ ਦੇ ਰਾਜ ਦੇ ਖਿਲਾਫ ਹਿੰਦੁਸਤਾਨ ਦੇ ਲੋਕਾਂ ਦੀ ਕੀਤੀ ਬਗਾਵਤ ਵਿੱਚ ਆਪਣੇ ਲੋਕਾਂ ਨਾਲ ਗੱਦਾਰੀ ਕੀਤੀ ਤੇ ਅੰਗਰੇਜ਼ ਦਾ ਸਾਥ ਦੇ ਕੇ ਇਸ ਜੰਗੀ ਆਜ਼ਾਦੀ ਜਾਂ ਬਗਾਵਤ ਨੂੰ ਕੁਚਲ ਦਿੱਤਾ। ਇਸ ਦੇ ਬਦਲੇ ਵਿੱਚ ਅੰਗਰੇਜ਼ ਨੇ ਇਹਨਾਂ ਨੂੰ ਲੱਖਾਂ ਏਕੜ ਜ਼ਮੀਨ ਜਾਗੀਰ ਦੀ ਸ਼ਕਲ ਵਿੱਚ ਬਤੌਰ ਇਨਾਮ ਦਿੱਤੀ। ਇਸ ਜਾਗੀਰ ਦੇ ਨਾਲ ਅੰਗਰੇਜ਼ ਨੇ ਇਹਨਾਂ ਨੂੰ ਇੱਕ ਹੋਰ ਵੀ ਜਾਗੀਰ ਦਿੱਤੀ। ਇਹ ਸਿਆਸਤ ਸੀ। ਅੰਗਰੇਜ਼ ਦੇ ਰਾਜ ਛੱਡ ਕੇ ਜਾਣ ਮਗਰੋਂ ਹਿੰਦੁਸਤਾਨ ਵਿੱਚ ਤੇ ਇਹ ਰਾਜੇ ਮਹਾਰਾਜੇ, ਨਵਾਬ ਤੇ ਜਾਗੀਰਦਾਰ ਮੁੱਕ ਗਏ ਤੇ ਨਾਲ ਹੀ ਇਹਨਾਂ ਦੀ ਸਿਆਸਤ ਵੀ ਮੁੱਕ ਗਈ। ਪਰ ਮਮਲਕਤ-ਏ ਖੁਦਾ ਦੇ ਪਾਕਿਸਤਾਨ ਵਿੱਚ ਅੰਗਰੇਜ਼ ਦਾ ਕਾਇਮ ਕੀਤਾ ਨਿਜ਼ਾਮ ਉਂਝ ਦਾ ਉਂਝ ਹੀ ਰਿਹਾ। ਗਵਰਨਰ ਜਨਰਲ, ਕਮਾਂਡਰ ਚੀਫ, ਚੀਫ ਜਸਟਿਸ ਤੇ ਬਾਕੀ ਰਿਆਸਤੀ ਥੰਮ ਸਭ ਅੰਗਰੇਜ਼ ਦੇ ਤਾਇਨਾਤ ਕੀਤੇ ਸਨ। ਬਾਕੀ ਰਿਆਸਤੀ ਢਾਂਚੇ ਵਿੱਚ ਇਹ ਨਵਾਬ ਤੇ ਜਾਗੀਰਦਾਰ ਵੀ ਉਂਝ ਦੇ ਉਂਝ ਹੀ ਰਹੇ। ਆਪਣੀ ਸਿਆਸੀ ਜਾਗੀਰ ਦੇ ਜ਼ੋਰ ਤੇ
ਇਹ ਅੰਗਰੇਜ਼ ਦੀਆਂ ਛੱਡੀਆਂ ਕੁਰਸੀਆਂ ਤੇ ਆ ਕੇ ਬਹਿ ਗਏ ਤੇ ਪਾਕਿਸਤਾਨ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ। ਇਹਨਾਂ ਨਵਾਬਾਂ, ਨਵਾਬਜ਼ਾਦਿਆਂ, ਜਾਗੀਰਦਾਰਾਂ, ਗੱਦੀ ਨਸ਼ੀਨਾਂ ਤੇ ਪੀਰਾਂ ਦੀਆਂ ਔਲਾਦਾਂ ਅੱਜ ਤੱਕ ਨਸਲ ਦਰ ਨਸਲ ਸਿਆਸਤ ਰਾਹੀਂ ਇਕਤਦਾਰ ਦੀਆਂ ਮਾਲਿਕ ਨੇ। ਕੋਈ ਵੀ ਪਾਰਟੀ ਹੋਵੇ, ਕੋਈ ਵੀ ਲੀਡਰ ਹੋਵੇ, ਇਕਤਦਾਰ ਵਿੱਚ ਇਹੋ ਹੀ ਹੁੰਦੇ ਨੇ। ਕਦੇ ਕਦੇ ਸਿਰਫ ਵਾਰੀ ਦਾ ਫਰਕ ਪੈਂਦਾ ਹੈ। ਕੁਝ ਇਕਤਦਾਰ ਵਿੱਚ ਆਈ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਕੁਝ ਆਪੋਜੀਸ਼ਨ ਵਿੱਚ ਬਹਿ ਕੇ ਆਪਣੀ ਵਾਰੀ ਨੂੰ ਉਡੀਕਦੇ ਨੇ। ਇਹਨਾਂ ਨੂੰ ਇਸ ਉਡੀਕ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂ ਜੇ ਇਕਤਦਾਰ ਵਿੱਚ ਬੈਠੇ ਇਹਨਾਂ ਨਵਾਬਾਂ, ਨਵਾਬਜ਼ਾਦਿਆਂ, ਜਾਗੀਰਦਾਰਾਂ, ਗੱਦੀ ਨਸ਼ੀਨਾਂ ਤੇ ਪੀਰਾਂ ਨਾਲ ਇਹਨਾਂ ਦੀ ਭਾਈਵਾਲੀ ਤੇ ਰਿਸ਼ਤੇਦਾਰੀਆਂ ਹੁੰਦੀਆਂ ਨੇ। ਬਾਹਰੋਂ ਬਾਹਰ ਨੂਰਾ ਕੁਸ਼ਤੀ ਹੁੰਦੀ ਹੈ, ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ, ਪਰ ਅੰਦਰ ਖਾਨੇ ਸਭ ਅੱਛਾ। ਇਹਨਾਂ ਲੁਟਿਆਂ ਦੀ ਇੱਕ ਆਲਾ ਨਸਲ ਕਾਣੇ ਨੇ। ਕਾਣੇ ਦੇ ਕਈ ਲਫ਼ਜ਼ੀ ਮਤਲਬ ਨੇ। ਇੱਕ ਅੱਖ ਵਾਲਾ, ਦਾਗੀ ਜਾਂ ਕਾਣਾ ਫਲ। ਪੰਜਾਬੀ ਵਿੱਚ ਕਿਹਾ ਜਾਂਦਾ ਹੈ ਫਲਾਣਾ ਬੰਦਾ ਫਲਾਣੇ ਦਾ ਕਾਣਾ ਹੈ, ਜਾਂ ਫਿਰ ਕੋਈ ਆਪਣੀ ਸਫਾਈ ਦੇਣ ਲਈ ਕਹਿੰਦਾ ਹੈ ਮੈਂ ਵੀ ਕਿਸੇ ਦਾ ਕੋਈ ਕਾਣਾ ਵਾ। ਇਹ ਕਾਣੇ ਹੋ ਸਕਦਾ ਹੈ ਅਯੂਬ ਖਾਨ ਦੇ ਮਾਰਸ਼ਲ ਲਾਅ ਤੋਂ ਪਹਿਲੇ ਵੀ ਹੋਣ, ਪਰ ਮੇਰੇ ਖਿਆਲ ਵਿੱਚ ਇਹ ਕਾਣੇ ਬਤੌਰ ਇੱਕ ਇੰਸਟੀਚਿਊਟ ਦੇ ਅਯੂਬ ਖਾਨ ਦੇ ਰਾਜ ਵਿੱਚ ਵਜੂਦ ਵਿੱਚ ਆਏ। ਅਯੂਬ ਖਾਨ ਨੇ ਪਹਿਲਾਂ ਪਹਿਲ ਆਪਣੀ ਹਕੂਮਤ ਫੌਜੀ ਅਫਸਰਾਂ ਦੇ ਸਿਰ ਤੇ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋਇਆ, ਕਿਉਂ ਜੇ ਇਹ ਫੌਜੀ ਅਫਸਰ ਆਪਣੀ ਘੱਟ ਤਾਲੀਮ ਦੀ ਵਜ੍ਹਾ ਤੋਂ ਹਕੂਮਤੀ ਮਾਮਲਾਤ ਤੋਂ ਨਾਵਾਕਿਫ ਸਨ। ਹਰ ਗੱਲ ਦਾ ਹੱਲ ਡੰਡਾ ਨਹੀਂ ਹੁੰਦਾ, ਕਿਧਰੇ ਇਲਮ ਵੀ ਵਰਤਣਾ ਪੈਂਦਾ। ਮੈਂ ਇਸ ਦੀ ਮਿਸਾਲ ਇੰਝ ਦਿੰਦਾ ਹਾਂ ਕਿ ਇਹ ਫੌਜੀ ਅਫਸਰ ਭਾਵੇਂ ਫੌਜੀ ਅਦਾਲਤਾਂ ਲਾ ਕੇ ਬਹਿ ਗਏ, ਪਰ ਇਹਨਾਂ ਨੂੰ ਸਿਵਲ ਕਾਨੂੰਨ ਦਾ ਕੱਖ ਪਤਾ ਨਹੀਂ ਸੀ। ਇਹੋ ਹਾਲ ਬਾਕੀ ਮਹਿਕਮਿਆਂ ਵਿੱਚ ਫੌਜੀਆਂ ਦਾ ਸੀ। ਇਸ ਕਮੀ ਨੂੰ ਪੂਰਾ ਕਰਨ ਲਈ ਜੇ ਅਯੂਬ ਖਾਨ ਨੇ ਸਿਵਲ ਅਫਸਰਸ਼ਾਹੀ ਤੋਂ ਮਦਦ ਲਈ ਤੇ ਨਾਲ ਹੀ ਉਹਨੇ ਇੱਕ ਕਾਣੇ ਭਰਤੀ ਕੀਤੇ। ਇਹਨਾਂ ਕਾਣਿਆਂ ਵਿੱਚ ਕੁਝ ਪੁਰਾਣੇ ਨਵਾਬ, ਨਵਾਬਜ਼ਾਦੇ, ਜਾਗੀਰਦਾਰ, ਗੱਦੀ ਨਸ਼ੀਨ ਤੇ ਪੀਰ ਸਨ ਤੇ ਕੁਝ ਸਮਾਜ ਦੇ ਮਾਹਿਰ ਸਨ। ਇਹਨਾਂ ਫੌਜੀ ਹਾਕਮਾਂ ਦੇ ਭਰਤੀ ਕੀਤੇ ਕਾਣਿਆਂ ਦਾ ਜਦ ਜਾਇਜ਼ਾ ਲਿਆ ਜਾਵੇ ਤੇ ਇਹਦੇ ਵਿੱਚ ਪਾਕਿਸਤਾਨੀ ਸਿਆਸਤ ਦੇ ਵੱਡੇ ਵੱਡੇ ਥੰਮ ਸ਼ਾਮਲ ਨੇ। ਜਿਵੇਂ ਪਾਕਿਸਤਾਨ ਦੀ ਤਾਰੀਖ ਵਿੱਚ ਹਰ ਹਾਕਮ ਨੇ ਰਾਜ ਕਰਨ ਲਈ ਮੈਕਾਵਲੀ ਨੂੰ ਆਪਣਾ ਪੈਗੰਬਰ ਮੰਨਿਆ, ਇਸੇ ਤਰ੍ਹਾਂ ਅਯੂਬ ਖਾਨ ਵੀ ਜਾ ਕੇ ਮੈਕਾਵਲੀ ਦੇ ਦਰਬਾਰ ਤੇ ਹਾਜ਼ਰੀ ਦਿੱਤੀ। ਮੈਕਾਵਲੀ ਕਹਿੰਦਾ ਹੈ ਕਿ ਇੱਕ ਕਾਮਯਾਬ ਹਾਕਮ ਨੂੰ ਆਪਣੇ ਇਰਦ ਗਿਰਦ ਕਰਪਟ ਤੇ ਬਦਉਨਵਾਨ ਲੋਕ ਇਕੱਠੇ ਕਰਨੇ ਚਾਹੀਦੇ ਨੇ। ਉਹਦੇ ਖਿਆਲ ਦੇ ਮੁਤਾਬਕ ਇਹ ਕਰਪਟ, ਬੇਈਮਾਨ ਤੇ ਬਦਉਨਵਾਨ ਲੋਕ ਕਾਣੇ ਹੁੰਦੇ ਨੇ, ਇਸ ਲਈ ਇਹਨਾਂ ਨੂੰ ਬਲੈਕਮੇਲ ਕਰਕੇ ਕਾਬੂ ਕਰਨਾ ਆਸਾਨ ਹੁੰਦਾ ਹੈ। ਇਹ ਕਰਪਟ, ਬੇਈਮਾਨ, ਜ਼ਮੀਰ ਫਰੋਸ਼ ਤੇ ਬਦਉਨਵਾਨ ਅਫਸਰ, ਕਾਨੂੰਨਦਾਨ ਤੇ ਹੋਰ ਮਾਮਲਿਆਂ ਦੇ ਮਾਹਿਰ, ਮਜ਼ਹਬੀ ਲੀਡਰ, ਸਿਆਸਤਦਾਨ ਕਾਣੇ ਸਨ। ਪਾਕਿਸਤਾਨ ਦੀ ਤਾਰੀਖ ਵਿੱਚ ਗਾਹੇ ਬਗਾਏ ਆਈਆਂ ਸਿਵਲ ਹਕੂਮਤਾਂ ਪੁਰਾਣੇ ਕਾਣੇ ਵੀ ਇਸਤੇਮਾਲ ਕੀਤੇ ਤੇ ਨਾਲ ਨਵੇਂ ਕਾਣੇ ਵੀ ਭਰਤੀ ਕੀਤੇ, ਪਰ ਸਭ ਤੋਂ ਵੱਧ ਕਾਣੇ ਆਮਰਾ ਭਰਤੀ ਕੀਤੇ। ਮੇਰੇ ਖਿਆਲ ਵਿੱਚ ਇਹਨਾਂ ਵਿੱਚੋਂ ਸਭ ਤੋਂ ਵੱਧ ਕਾਣੇ ਜ਼ਿਆਉਲ-ਹਕ ਭਰਤੀ ਕੀਤੇ। ਇਸ ਮਗਰੋਂ ਅੱਜ ਤੱਕ ਭਰਤੀ ਜਾਰੀ ਹੈ। ਲੁਟਿਆਂ ਦੇ ਮੁਕਾਬਲੇ ਵਿੱਚ ਇਕਤਦਾਰ ਦੀ ਵਾਰੀ ਲਾਉਣ ਵਾਲੀ ਤਾਕਤ ਲਈ ਇਹ ਕਾਣੇ ਘੜੇ ਦੀ ਮੱਛੀ ਨੇ। ਜਦੋਂ ਚਾਹਿਆ ਇਹਨਾਂ ਨੂੰ ਕੰਨੋਂ ਫੜ ਕੇ ਤੋੜ ਲਿਆ।
ਇਹ ਗਾਣੇ ਨਾ ਸਿਰਫ ਆਪਣੇ ਪੈਦਾ ਕਰਨ ਵਾਲਿਆਂ ਦੇ ਗਾਣੇ ਨੇ, ਸਗੋਂ ਇਸ ਮੁਲਕ ਦੇ ਲੋਕਾਂ ਦੀ ਵੀ ਗਾਣੇ ਨੇ। ਕਈ ਵਾਰ ਇੰਝ ਵੀ ਹੋਇਆ ਕਿ ਇਹਨਾਂ ਗਾਣਿਆਂ ਆਪਣੇ ਆਪ ਨੂੰ ਵਾਕਈ ਲੀਡਰ ਸਮਝ ਕੇ ਆਪਣੇ ਪੈਦਾ ਕਰਨ ਵਾਲਿਆਂ ਦੇ ਖਿਲਾਫ ਬਗਾਵਤ ਕਰ ਦਿੱਤੀ ਤੇ ਗਾਣੇ ਪੈਦਾ ਕਰਨ ਵਾਲਿਆਂ ਕਿਹਾ ਅਗੇ ਸਾਡੀ ਬਿਜਲੀ ਤੇ ਸਾਨੂੰ ਮਿਆਉ। ਇਸ ਬਗਾਵਤ ਦੇ ਨਤੀਜੇ ਵਿੱਚ ਇਹਨਾਂ ਗਾਣਿਆਂ ਦਾ ਜੋ ਹਸ਼ਰ ਹੋਇਆ, ਇਹ ਗੱਲ ਕਿਸੇ ਤੋਂ ਲੁਕੀ ਛੁਪੀ ਨਹੀਂ। ਉਂਝ ਤੇ ਇਹਨਾਂ ਗਾਣਿਆਂ ਦੀ ਹਮੇਸ਼ਾ ਮੌਜ ਲੱਗੀ ਰਹਿੰਦੀ ਹੈ, ਪਰ ਜਦ ਵੀ ਇਸ ਮੁਲਕ ਵਿੱਚ ਹਕੂਮਤ ਬਦਲਦੀ ਹੈ ਤੇ ਇਕਤਦਾਰ ਦੀ ਵਾਰੀ ਲਾਉਣ ਵਾਲੀ ਤਾਕਤ ਨੂੰ ਇਹਨਾਂ ਦੀ ਲੋੜ ਪੈਂਦੀ ਤੇ ਇਹਨਾਂ ਦੇ ਵਾਰੇ ਨਿਹਾਰੇ ਹੋ ਜਾਂਦੇ ਨੇ। ਇਕਤਦਾਰ ਦੀ ਵਾਰੀ ਲਾਉਣ ਵਾਲੀ ਤਾਕਤ ਭਾਵੇਂ ਇਹਨਾਂ ਨੂੰ ਕੰਨੋਂ ਫੜ ਕੇ ਤੋੜ ਲੈਂਦੀ, ਪਰ ਇਹਨਾਂ ਨੂੰ ਇਸ ਵਫਾਦਾਰੀ ਦਾ ਇਨਾਮ ਵੀ ਮਿਲਦਾ ਹੈ ਤੇ ਇਹ ਗਾਣੇ ਹੋਰ ਅਮੀਰ ਤੇ ਤਾਕਤਵਰ ਹੋਣ ਦੇ ਨਾਲ ਹੋਰ ਗਾਣੇ ਹੋ ਜਾਂਦੇ ਹਨ। ਵਕਤ ਦੇ ਗੁਜ਼ਰਨ ਨਾਲ ਇਹ ਗਾਣੇ ਇੱਕ ਵਬਾ ਜਾਂ ਛੂਤ ਦੀ ਬਿਮਾਰੀ ਤਰ੍ਹਾਂ ਸਾਰੇ ਸਮਾਜ ਵਿੱਚ ਫੈਲ ਗਏ ਨੇ ਤੇ ਸਾਰਾ ਸਮਾਜ ਹੀ ਖਾਣਾ ਹੋ ਗਿਆ। ਹਰ ਕੋਈ ਖਾਣਾ ਹੈ ਤੇ ਹਰ ਕਿਸੇ ਦਾ ਗਾਣਾ ਹੈ। ਇਸ ਗਾਣੇ ਸਮਾਜ ਵਿੱਚ ਕੋਈ ਹਰ ਕੋਈ ਹਰ ਵੇਲੇ ਜੰਗ ਕਰ ਰਿਹਾ। ਉਹੀ ਤੇ ਇਨਸਾਨ ਨੇ ਸਾਰੀ ਤਾਰੀਖ ਵਿੱਚ ਹੀ ਜੰਗ ਕੀਤੀ, ਕਦੇ ਧਾੜਵੀਆਂ ਤੇ ਹਮਲਾਵਰਾਂ ਦੇ ਖਿਲਾਫ, ਕਦੇ ਹਿਟਲਰ, ਚੰਗੇਜ਼ ਖਾਨ, ਹਲਾਕੂ ਖਾਨ, ਤਿਮੁਰ-ਲਿਕ ਵਰਗੇ ਇਨਸਾਨ ਕੁਸ਼ ਪਾਗਲ ਜੰਗਬਾਜ਼ਾਂ ਦੇ ਖਿਲਾਫ ਤੇ ਕਦੇ ਆਸਮਾਨੀ ਆਫਤਾਂ ਦੇ ਖਿਲਾਫ। ਤੂਫਾਨ ਤੇ ਹੜ੍ਹ ਆਏ, ਪਾਣੀ ਸਭ ਕੁਝ ਰੋੜ ਕੇ ਲੈ ਗਿਆ। ਇਸ ਦੀ ਬੁੱਕਲ ਵਿੱਚ ਸਭ ਕੁਝ ਲੁਕ ਗਿਆ, ਇਨਸਾਨ, ਜਾਨਵਰ, ਘਰ-ਬਾਰ। ਕਦੇ ਅੱਗ ਲੱਗੀ ਤੇ ਇਹ ਅੱਗ ਹਰ ਸ਼ੈ ਸਾੜਦੀ ਇਨਸਾਨ ਨੂੰ ਸ਼ਿਕਾਰ ਕਰਨ ਤੁਰ ਪਈ। ਇਨਸਾਨ ਜਾਨ ਬਚਾਉਣ ਲਈ ਅੱਗੇ-ਅੱਗੇ ਭੱਜ ਰਿਹਾ ਸੀ ਤੇ ਅੱਗ ਦੇ ਲੰਬੂ ਉਹਦਾ ਪਿੱਛਾ ਕਰਦੇ ਆ ਰਹੇ ਸਨ। ਕਦੇ ਜ਼ਲਜ਼ਲਾ ਆਏ ਤੇ ਇਨਸਾਨ ਸੁੱਤਾ ਸੌਂ ਗਿਆ, ਸਭ ਕੁਝ ਹੇਠਾਂ ਉਤਾਂ ਹੋ ਗਿਆ। ਅੱਜ ਦੇ ਇਨਸਾਨ ਲਈ ਸਭ ਤੋਂ ਵੱਡੀ ਆਫਤ ਇੱਕ ਕਾਲਾ ਸਮਾਜ ਹੈ, ਜਿਹਦੇ ਵਿੱਚ ਹਰ ਕੋਈ ਆਪਣੀ ਬਕਾ ਦੀ ਜੰਗ ਕਰ ਰਿਹਾ।